ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਵਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਸਮੇਂ ਦੇ ਵਿੱਚ ਬਣਿਆ ਹੈ ਜੋ ਸਮੇਂ ਦੇ ਵਿੱਚ ਮਿਟ ਜਾਂਦਾ। ਹਰ ਇੱਕ ਯੋਧਾ ਸ਼ਸਤਰ ਇੱਕ ਦਿਨ ਇਹਦੇ ਅੱਗੇ ਸਿੱਟ ਜਾਂਦਾ। ਇਹਦੀ ਚਾਲ ਨਹੀਂ ਬਦਲੀ ਚਾਹੇ ਚਾਲ ਬਦਲ ਗਈ ਯੁੱਗਾਂ ਦੀ। ਇਹਦੀ ਚਾਲ ਨਹੀਂ ਬਦਲੀ ਚਾਹੇ ਚਾਲ ਬਦਲ ਗਈ ਯੁੱਗਾਂ ਦੀ। ਜੈਸੀ ਕੁਦਰਤ ਕੱਲ ਸੀ ਮਿੱਤਰਾ, ਅੱਜ ਨਹੀਂ ਹੋਣੀ ਉਦਾਂ ਦੀ। ਕਾਲ ਦੇ ਵਿੱਚ ਸੂਰਜ ਚੰਦ ਨੇ, ਕਾਲ ਦੇ ਤਾਰੇ ਨੇ, ਪਰ ਜਿਹਨੇ ਕਾਲ ਬਣਾਇਆ ਏ ਇਹ ਅਕਾਲ ਪੁਰਖ ਦੇ ਕਾਰੇ ਨੇ। ਦੋਸਤੋ, ਅੱਜ ਦਾ ਐਪੀਸੋਡ ਇੱਥੋਂ ਹੀ ਸ਼ੁਰੂਆਤ ਕਰ ਰਹੇ ਹਾਂ ਅੱਜ ਦੇ ਐਪੀਸੋਡ ਦੀ। ਸੋ ਉਸ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗਾ ਸਾਡੇ ਅੱਜ ਦੇ ਮਹਿਮਾਨਾਂ ਦਾ, ਜੋ ਕਿ ਹਨ ਸਰਦਾਰ ਰਣਬੀਰ ਸਿੰਘ ਜੇਟਵਾਲ ਦੇ ਨਾਲ ਗਿਆਨੀ ਨਰਿੰਦਰ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਵਾਰ ਦੀ ਤਰ੍ਹਾਂ ਗਿਆਨੀ ਜੀ, ਮੈਂ ਤੁਹਾਡੇ ਵੱਲ ਸਭ ਤੋਂ ਪਹਿਲਾਂ ਆਵਾਂਗਾ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ ਅੱਜ ਦੇ ਐਪੀਸੋਡ ਦੀ। ਸੋ ਅੱਜ ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ ਕਿ ਤੁਸੀਂ ਜੋ ਹੈ ਅਕਾਲ ਪੁਰਖ ਜੋ ਲਫ਼ਜ਼ ਹੈ ਮੂਲ ਮੰਤਰ ਦਾ, ਉਹਦੇ ਬਾਰੇ ਥੋੜਾ ਚਾਨਣਾ ਪਾਓ, ਉਹਦਾ ਖੁਲਾਸਾ ਕਰੋ ਕਿ ਉਹਦੇ ਅਰਥੀ ਭਾਵ ਕੀ ਨੇ, ਉਹਦੇ ਅੰਤਰੀ ਭਾਵ ਕੀ ਨੇ, ਤੇ ਨਾਲ ਦੀ ਨਾਲ ਜ਼ਿੰਦਗੀ 'ਚ ਸਾਨੂੰ ਇੱਥੋਂ ਕੀ ਸਿੱਖਣ ਨੂੰ ਮਿਲਦਾ ਹੈ। ਹਾਂਜੀ ਪਿਆਰੇ ਦੋਸਤੋ, ਸਰਦਾਰ ਅਟਵਾਲ ਜੀ, ਮਟੌਰ ਜੀ ਅਤੇ ਦਰਸ਼ਕ ਜਨੋ, ਹਰ ਰੋਜ਼ ਆਪਾਂ ਮੂਲ ਮੰਤਰ ਦਾ ਜਾਪ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਜਿਸ ਦੇ ਵਿੱਚ ਅਕਾਲ ਪੁਰਖ ਦੀ ਗੱਲ ਆਉਂਦੀ ਹੈ। ਅਕਾਲ ਪੁਰਖ ਇੱਕ ਉਹ ਹਸਤੀ ਹੈ ਜਿਹੜੀ ਕਦੇ ਮਿਟ ਨਹੀਂ ਸਕਦੀ। ਇਸ ਕਰਕੇ ਅਕਾਲ ਤੇ ਕਾਲ, ਜਿਵੇਂ ਮਟੌਰ ਜੀ ਨੇ ਆਖਿਆ ਕਿ ਸਭ ਚੀਜ਼ਾਂ ਬਣਦੀਆਂ ਨੇ, ਸਮੇਂ ਦੇ ਵਿੱਚ ਬਣਦੀਆਂ ਨੇ ਤੇ ਸਮੇਂ ਦੇ ਵਿੱਚ ਹੀ ਢਹਿ ਜਾਂਦੀਆਂ ਨੇ। ਤੇ ਇਸ ਸਮੇਂ ਦੇ ਵਿੱਚ ਜਿਹੜੀ ਵੀ ਚੀਜ਼ ਪੈਦਾ ਹੋਈ ਹੈ ਉਸਨੇ ਇੱਕ ਦਿਨ ਵਿਨਸ ਜਾਣਾ ਹੈ। ਇਸ ਕਰਕੇ ਜੋ ਸਿੱਖ ਹੈ ਇਹ ਅਕਾਲ ਦਾ ਪੁਜਾਰੀ ਹੈ। ਅਕਾਲ ਮੂਰਤ ਦਾ ਭਾਵ ਕਿ ਉਹ ਹਸਤੀ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ। ਪਰ ਵੇਖਣ ਵਿੱਚ ਕੀ ਆਇਆ ਕਿ ਜੋ ਸਿੱਖ ਸੰਪਰਦਾ ਦੇ ਨਾਲ ਸੰਬੰਧ ਰੱਖਣ ਵਾਲੇ ਨੇ, ਅਕਾਲ ਦੇ ਪੁਜਾਰੀ ਉਹ ਨੇ। ਬਾਕੀ ਜੋ ਸਨਾਤਨ ਧਰਮ ਜਿਤਨੇ ਵੀ ਨੇ, ਉਹਨਾਂ ਨੂੰ ਆਪਾਂ ਦੇਖਦੇ ਹਾਂ ਉਹ ਕਾਲ ਦੇ ਪੁਜਾਰੀ ਨੇ, ਕਿਉਂਕਿ ਬਾਣੀ ਨੇ ਸਾਨੂੰ ਦੱਸਿਆ ਹੈ ਕਿ ਕਾਲ ਪਾਈ ਬ੍ਰਹਮਾ ਬਪਤਰਾ। ਬ੍ਰਹਮਾ ਦੀ ਪੂਜਾ ਕਰਨ ਵਾਲੇ ਬਥੇਰੇ ਨੇ, ਪਰ ਬ੍ਰਹਮਾ ਤੇ ਆਪ ਕਾਲ ਦੇ ਵੱਸ ਹੈ। ਕਾਲ ਦਾ ਭਾਵ ਹੈ ਸਮਾਂ, ਤੇ ਸਮਾਂ ਆਪਾਂ ਤਿੰਨ ਹਿੱਸਿਆਂ ਵਿੱਚ ਵੰਡਦੇ ਹਾਂ, ਜਿਵੇਂ ਕਿ ਭਵਿੱਖ ਕਾਲ ਹੈ, ਵਰਤਮਾਨ ਕਾਲ ਹੈ ਤੇ ਪਾਸਟ ਹੈ। ਤੇ ਇਸ ਸਮੇਂ ਨੂੰ ਆਪਾਂ ਸਾਕਾਰ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਉਹਨਾਂ ਦੀ ਪੂਜਾ ਕਰਦੇ ਰਹੇ ਜਿਹੜੇ ਆਪ ਕਾਲ ਦੇ ਵੱਸ ਵਿੱਚ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिवजू अवतारा, काल पाए कर विष्णु प्रकाशा, सकल काल का किया तमाशा। इस करके अकाल पुरख प्रभु परमात्मा जिसके आपां पुजारी हैं उस दे नाल आपां जुड़ना है। ते जितनी भी धन श्री गुरु ग्रंथ साहिब महाराज दी बाणी है ये अकाल पुरख दी ही बाणी है, अकाल पुरख दियां गल्लां ने। इस करके वो जो अकाल पुरख है ਉਹ ਸਦਾ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਤੇ ਸਾਨੂੰ ਜੁੜਨ ਵਾਸਤੇ ਗੁਰਬਾਣੀ ਨੇ ਆਖਿਆ ਹੈ ਕਿ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਉਸ ਅਕਾਲ ਦੇ ਨਾਲ ਜੁੜਨਾ ਹੈ ਜਿਹੜਾ ਜੂਨਾ ਦੇ ਵਿੱਚ ਨਹੀਂ ਆਉਂਦਾ, ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ। ਉਹ ਇੱਕ ਸ਼ਕਤੀ ਹੈ, ਉਹ ਇੱਕ ਹਸਤੀ ਹੈ ਜਿਸ ਦਾ ਵਜੂਦ ਹਰ ਇੱਕ ਜਗ੍ਹਾ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ। ਇਸ ਕਰਕੇ
ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਾਲ ਦੀ ਵੀ ਗੱਲ ਕੀਤੀ ਹੈ ਤੇ ਅਕਾਲ ਦੀ ਵੀ ਗੱਲ ਕੀਤੀ ਹੈ। ਅੱਜ ਜੋ ਸੰਸਾਰ ਆਪਾਂ ਵੇਖਦੇ ਹਾਂ ਇਹ ਸਭ ਕਾਲ ਹੈ ਤੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੋਈ ਹੈ, ਅਸੀਂ ਉਸ ਦੇ ਪੰਜਾਬੀ ਹੈ ਤੇ ਉਸ ਦੇ ਨਾਲ ਹੀ ਆਪਾਂ ਜੁੜਨਾ ਹੈ। ਇਸ ਕਰਕੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਵੇਖਿਆ ਕਰੋ ਕਿ ਕੀ ਅਸੀਂ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਕਿ ਕਾਲ ਨੂੰ ਯਾਦ ਕਰਦੇ ਹਾਂ। ਜਿਹੜੇ ਮੰਦਿਰਾਂ ਵਿੱਚ, ਮਸੀਤਾਂ ਵਿੱਚ ਜਾਂ ਧਾਰਮਿਕ ਸਥਾਨਾਂ ਤੇ ਕੇਵਲ ਪੱਥਰਾਂ ਦੀ ਪੂਜਾ ਕਰਨ ਵਾਲੇ, ਡੂਮਰੀਆਂ ਮਸਾਣਾਂ ਦੀ ਪੂਜਾ ਕਰਨ ਵਾਲੇ, ਦਰਖਤਾਂ ਦੀ ਪੂਜਾ ਕਰਨ ਵਾਲੇ, ਸੂਰਜ ਦੀ ਪੂਜਾ ਕਰਨ ਵਾਲੇ, ਚੰਦਰਮੇ ਦੀ ਪੂਜਾ ਕਰਨ ਵਾਲੇ, ਇਹ ਗੁਰੂ ਪਾਤਸ਼ਾਹ ਆਖਦੇ ਨੇ ਕਿ ਇਹ ਤੇ ਸਾਰੇ ਕਾਲ ਦੀ ਗ੍ਰਿਫਤ ਵਿੱਚ ਨੇ। ਤੇ ਇਸ ਕਰਕੇ ਜਦੋਂ ਆਪਾਂ ਬਾਣੀ ਪੜ੍ਹੀ ਤੇ ਪਤਾ ਲੱਗਾ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਉਹ ਕਿਹਦੇ ਭੈ ਵਿੱਚ ਨੇ? ਉਹ ਅਕਾਲ ਪੁਰਖ ਦੇ ਭੈ ਵਿੱਚ ਹੀ ਸਭ ਚੱਲ ਰਹੇ ਨੇ। ਤੇ ਉਸ ਦੀ ਪ੍ਰਾਪਤੀ ਵਾਸਤੇ ਸਾਨੂੰ ਗੁਰਬਾਣੀ ਦਾ ਅਧਿਐਨ ਕਰਨਾ ਚਾਹੀਦਾ ਹੈ, ਆਪਣੇ ਜੀਵਨ ਵਿੱਚ ਵਾਚਣਾ ਚਾਹੀਦਾ ਹੈ ਕਿ ਕਿਤੇ ਅਸੀਂ ਗੁੰਮਰਾਹ ਹੋ ਕੇ ਕਿਤੇ ਉਜੜੇ ਤਾਂ ਨਹੀਂ ਪਏ ਹੋਏ। ਜਦੋਂ ਅਸੀਂ ਉਜੜ ਪਵਾਂਗੇ ਤੇ ਫਿਰ ਦੁੱਖ ਹੀ ਦੁੱਖ ਮਿਲਣਗੇ। ਜੇ ਸਹੀ ਮਾਰਗ ਤੇ ਚੱਲਾਂਗੇ ਤੇ ਸਾਨੂੰ ਸੁੱਖ ਹੀ ਸੁੱਖ ਮਿਲਣਗੇ। ਭਟਕਿਆ ਹੋਇਆ ਮਨੁੱਖ ਜਦੋਂ ਉਸਨੂੰ ਪਤਾ ਲੱਗ ਗਿਆ ਕਿ ਮੈਂ ਤੇ ਉਜੜ ਪਿਆ ਹੋਇਆ, ਮੈਂ ਤੇ ਕੁਰਸਤੇ ਪਿਆ ਹੋਇਆ, ਉਹ ਫਿਰ ਕਦੀ ਇੱਧਰ ਦੇਖਦਾ ਹੈ ਕਦੀ ਉੱਧਰ ਦੇਖਦਾ ਹੈ। ਤੇ ਜਿਸ ਨੂੰ ਵਿਸ਼ਵਾਸ ਹੈ ਕਿ ਮੈਂ ਸਹੀ ਰਸਤੇ ਤੇ ਚੱਲ ਰਿਹਾ ਹਾਂ, ਉਹਦੇ ਜੀਵਨ ਵਿੱਚ ਖੁਸ਼ੀਆਂ ਦੇ ਖੇੜੇ ਹੋਣਗੇ। ਉਸ ਨੂੰ ਪਤਾ ਹੈ ਕਿ ਮੈਂ ਸੱਚ ਦੇ ਮਾਰਗ ਤੇ ਚੱਲਿਆ ਹੋਇਆ ਹੈ। ਇਸ ਕਰਕੇ ਸੱਚ ਦਾ ਮਾਰਗ, ਗੁਰਬਾਣੀ ਦਾ ਮਾਰਗ, ਮਹਾਂਪੁਰਖਾਂ ਦਾ ਮਾਰਗ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆਂ, ਕਿਸ ਢੰਗ ਦੇ ਨਾਲ ਅਸੀਂ ਪ੍ਰਭੂ ਦੀ ਉਸ ਹਸਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਹਸਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੱਸੀ ਗਈ ਹੈ। ਉਹ ਹੈ ਅਕਾਲ। ਇਸ ਕਰਕੇ ਕਾਲ ਦੇ ਪੁਜਾਰੀ ਨਹੀਂ ਬਣਨਾ, ਅਕਾਲ ਦੇ ਪੁਜਾਰੀ ਬਣਨਾ ਹੈ। ਜਿਹੜੇ ਅਕਾਲ ਦੇ ਪੁਜਾਰੀ ਬਣਨਗੇ ਉਹ ਇੱਕ ਦਿਨ ਅਕਾਲ ਦਾ ਹੀ ਸਰੂਪ ਹੋ ਜਾਣਗੇ। ਜੀ ਜੀ, ਅਟਵਾਲ ਸਾਹਿਬ, ਗਿਆਨੀ ਜੀ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਾਨੂੰ ਬੜੀਆਂ ਚੀਜ਼ਾਂ ਇਹਦੇ ਵਿੱਚ ਜੋ ਇੰਪੋਰਟੈਂਟ ਸਾਨੂੰ ਦੱਸੀਆਂ ਹੈਗੀਆਂ। ਸਹੀ ਰਸਤੇ ਦੀ ਗੱਲ ਕੀਤੀ ਹੈਗੀ ਹੈ ਨਾ ਜੀ, ਅਕਾਲ ਤੇ ਕਾਲ ਦੀ ਗੱਲ ਕੀਤੀ ਹੈਗੀ ਹੈ ਨਾ ਜੀ। ਉਹਨਾਂ ਨੇ ਸਾਨੂੰ ਕਿੰਨੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਦੱਸੀਆਂ ਕਿ ਕਾਲ ਕਿਸ ਤਰ੍ਹਾਂ ਹੈਗਾ, ਕਾਲ ਦੇ ਵਿੱਚ ਕੀ ਕੀ ਆਇਆ ਹੈ ਨਾ, ਤੇ ਕਾਲ ਦੇ ਵਿੱਚ ਜੋ ਆਇਆ ਉਹਨੇ ਕਾਲ ਦੇ ਵਿੱਚ ਖਤਮ ਵੀ ਹੋ ਜਾਣਾ ਹੈਗਾ ਆ, ਹਨਾ। ਸੋ ਨਾਲ ਦੀ ਨਾਲ ਗੱਲ ਆ ਗਈ ਹੈ ਸਹੀ ਮਾਰਗ ਦੀ, ਹਨਾ ਜੀ। ਗੁਰਬਾਣੀ ਦੀ ਗੱਲ ਉਹਨਾਂ ਨੇ ਦ੍ਰਿੜ ਕਰਾਈ ਹੈ, ਨਾਲ ਹੀ ਮਹਾਂਪੁਰਸ਼ਾਂ ਦੇ ਮਾਰਗ ਦੀ ਗੱਲ ਕੀਤੀ ਹੈ। ਕਲਗੀਧਰ ਟਰੱਸਟ ਜਿਹੜਾ ਹੈਗਾ ਇਹ ਤੇ ਸ਼ੁਰੂ ਹੀ ਕਹਿ ਲਓ ਵੀ ਮਹਾਂਪੁਰਸ਼ਾਂ ਦੇ ਮਾਰਗ ਦੇ ਵਿੱਚੋਂ ਹੀ ਇੱਕ ਮਾਈਲਸਟੋਨ ਜੇ ਕਹਿ ਲਓ ਮਹਾਂਪੁਰਸ਼ਾਂ ਦੀ ਲਾਈਫ ਦਾ ਇਹ ਹੈਗਾ ਆ, ਜਰਨੀ ਦਾ ਹੈਗਾ ਆ। ਕਿਸ ਤਰ੍ਹਾਂ ਦੇਖਦੇ ਹੋ ਤੇ ਐਜੂਕੇਸ਼ਨ ਦੇ ਵਿੱਚ ਇਹਦੀ ਵੈਲਿਊ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮਹਾਂਪੁਰਸ਼ਾਂ ਦੇ ਵੱਲੋਂ ਸ਼ੁਰੂ ਕੀਤੇ ਹੋਏ ਕਾਰਜ, ਸ਼ੁਰੂ ਕੀਤੇ ਹੋਏ ਜੋ ਮਿਸ਼ਨ ਹੈਗੇ ਆ, ਉਹਨਾਂ ਦੇ ਮਾਈਲਸਟੋਨ ਹੈਗੇ ਆ। ਤੁਹਾਨੂੰ ਲੱਗਦਾ ਕਿ ਐਜੂਕੇਸ਼ਨ ਦੇ ਵਿੱਚ ਇਹ ਸਿੱਖਿਆ ਜਿਹੜੀ ਇਹ ਵੀ ਹੋਣੀ ਚਾਹੀਦੀ ਹੈ ਤਾਂ ਕਿ ਜੋ ਹੈ ਆਮ ਇਨਸਾਨ ਕਮ ਸੇ ਕਮ ਜੇ ਮਹਾਂਪੁਰਸ਼ ਨਹੀਂ ਬਣ ਸਕਦਾ ਤਾਂ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਤਾਂ ਚੱਲੇ। ਥੈਂਕ ਯੂ ਬੱਬਲ ਸਾਹਿਬ। ਗਿਆਨ ਜੀ ਨੇ ਬਹੁਤ ਵਧੀਆ ਗੁਰਬਾਣੀ ਦੇ ਪ੍ਰਮਾਣ ਦੇ ਕੇ ਅਕਾਲ ਮੂਰਤ, ਜੋ ਸਾਡਾ ਅੱਜ ਦਾ ਟੌਪਿਕ ਹੈ ਅਕਾਲ ਮੂਰਤ, ਇਹਦੇ 'ਚ ਕੀ ਵੈਲਿਊ ਹੈ, ਇਹਦੇ 'ਚ ਕੀ ਸਮਝਣ ਵਾਲੀ ਗੱਲ ਹੈ, ਸਾਡੀ ਵਿੱਦਿਆ ਕਿੰਨਾ ਕੁ ਇਸ ਪੱਖ ਨੂੰ ਨਿਖਾਰਦੀ ਹੈ, ਕਿੰਨਾ ਕੁ ਆਪਣੇ ਬੱਚਿਆਂ ਨੂੰ ਜਾਂ ਜਿੰਨੇ ਵੀ ਸਟੂਡੈਂਟਸ ਹੈ ਉਹਨਾਂ ਨੂੰ ਸਮਝਣ ਦੇ ਵਿੱਚ ਹੈਲਪ ਕਰਦੀ ਹੈ। ਸੋ ਇੱਕ ਬੜੀ ਆਮ ਗੱਲ ਸਾਰਿਆਂ ਨੇ ਸੁਣੀ ਹੋਈ, ਸਾਰਿਆਂ ਨੂੰ ਪਤਾ ਵੀ ਹੈ ਕਿ ਮਹਾਂਪੁਰਖਾਂ ਦੇ ਬਚਨ ਹੀ ਹੁੰਦੇ ਨੇ ਕਿ ਅਸੀਂ ਆਉਣ ਜਾਣ ਦੇ ਗੇਟ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਣਾ। ਜਦੋਂ ਅਸੀਂ ਗੇਟ 'ਚ ਪੈ ਗਏ ਸਾਈਕਲ ਦੇ ਉੱਤੇ ਤਾਂ ਕੋਈ ਲਿਮਿਟ ਹੀ ਨਹੀਂ ਹੈ ਨਾ ਟਾਈਮ, ਤੁਸੀਂ ਮੁੜ ਕੇ ਯੂ ਆਰ ਗੋਇੰਗ ਇਨ ਸਰਕਲ। ਜਦੋਂ ਕੋਈ ਕਿਤੇ ਕਿਸੇ ਵੀ ਨਾ ਪਹੁੰਚ ਹੋਵੇ ਨਾ ਤਾਂ ਕਹਿੰਦੇ ਹੁੰਦੇ ਆ, ਇੰਗਲਿਸ਼ 'ਚ ਵੀ ਕਹਿੰਦੇ ਆ ਯੂ ਆਰ ਗੋਇੰਗ ਇਨ ਸਰਕਲਸ। ਜਿਹੜਾ ਆਉਣ ਜਾਣ ਦਾ ਗੇੜ ਹੈ ਨਾ, ਉਹ ਆਉਣ ਜਾਣ ਦਾ ਗੇੜ, ਹੁਣ ਮੈਨੂੰ ਤਾਂ ਪਤਾ ਨਹੀਂ ਕਿ ਆਪਣੀ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਉਹਦੇ 'ਚ ਇੰਟਰਸਟਿਡ ਵੀ ਹੈ। ਉਹ ਤਾਂ ਸਮਾਂ ਉਹੀ ਹੈ ਕਿ ਭਾਈ ਉਸੇ ਚੱਕਰ ਦੇ ਵਿੱਚ ਹੀ ਤੁਸੀਂ ਆਪਣਾ ਈਗੋ, ਆਪਣੀ ਮਾਇਆ, ਆਪਣਾ ਪਰਿਵਾਰ, ਜਿਹੜੇ ਤੁਹਾਡਾ ਆਪਣੇ ਆਪ ਨੂੰ ਤੁਸੀਂ ਕਿਸ ਤਰ੍ਹਾਂ ਉਹਦੇ 'ਚੋਂ ਬਾਕੀਆਂ ਨਾਲੋਂ ਜ਼ਿਆਦਾ ਸੁਖੀ ਬਣਾਉਣਾ, ਬਾਕੀਆਂ ਨਾਲੋਂ ਜ਼ਿਆਦਾ ਅਮੀਰ ਬਣਾਉਣਾ। ਅਤੇ ਇਹ ਜਿਹੜੀ ਰੇਸ ਆ ਨਾ, ਉਹ ਮੁੜ ਕੇ ਮਤਲਬ ਤੁਹਾਨੂੰ ਉਹ ਵਿੱਚੋਂ ਕੱਢਣ ਦੀ ਤਾਂ ਗੱਲ ਹੀ ਨਹੀਂ ਕਰਦੀ।
ਬਸ ਉਹ ਸਿਰਫ ਉਸ ਗੇੜ ਦੇ ਵਿੱਚ ਜਿੰਨੀ ਵਿਦਿਆ ਹੈ ਇਸ ਵੇਲੇ ਉਸ ਗੇੜ ਦੇ ਵਿੱਚ ਲਿਜਾਉਣ ਦੀ ਗੱਲ ਕਰਦੀ ਹੈ ਜੀ। ਤੋ ਗੁਰਬਾਣੀ ਨੇ ਤਾਂ ਬਹੁਤ ਵਧੀਆ ਦੇਖੋ ਇਹਦੇ ਚ ਸਾਨੂੰ ਪ੍ਰਮਾਣ ਦਿੱਤੇ ਨੇ ਕਿ ਜਿਹੜਾ ਆਪਣੇ ਅੰਤਮ ਸਮੇਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦਾ ਤੋ ਅਗਲੀ ਲਾਈਫ 'ਚ ਕੀ ਬਣ ਕੇ ਆਏਗਾ। ਜਿਹੜਾ ਆਪਣੀ ਘਰ ਵਾਲੀ ਨੂੰ ਵਾਈਫ ਨੂੰ ਜ਼ਿਆਦਾ ਪਿਆਰ ਕਰਦਾ ਉਹਦਾ ਹੀ ਖਿਆਲ 24 ਘੰਟੇ ਮਰਨ ਤੱਕ ਵੀ ਉਹਦਾ ਹੀ ਖਿਆਲ ਨਹੀਂ ਮਨ 'ਚ ਗਿਆ, ਉਹ ਕੀ ਅੱਗੇ ਬਣੇਗਾ। ਜਿਹੜਾ ਮਾਇਆ ਚੋਂ ਨਹੀਂ ਨਿਕਲ ਗਿਆ ਉਹ ਅਗਲੀ ਲਾਈਫ 'ਚੋਂ ਕੀ। ਸੋ ਇਸ ਸਾਈਕਲ ਨੂੰ ਬਹੁਤ ਵਧੀਆ ਦੱਸਿਆ ਗਿਆ ਗੁਰਬਾਣੀ ਦੇ ਵਿੱਚ ਕਿ ਇਸ ਸਾਈਕਲ ਨੂੰ ਤੋੜਨਾ ਹੀ ਸਾਡਾ ਜਿਹੜਾ ਹੈ ਕਿ ਜ਼ਿੰਦਗੀ ਦਾ ਮਨੋਰਥ ਹੈ ਜੀ। ਸੋ ਇਹਨੂੰ ਹੁਣ ਅਸੀਂ ਐਜੂਕੇਸ਼ਨ ਤੇ ਲੈ ਆਈਏ ਕਿ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਰੀਬੂਟ ਪੰਜਾਬ ਹੈ, ਰੀਬੂਟ ਪੰਜਾਬ ਦਾ ਸਾਡਾ ਮਕਸਦ ਇਹੋ ਹੀ ਹੈ ਕਿ ਜਿਹੜੀ ਗੁਰੂਆਂ ਦੀ ਧਰਤੀ ਪੰਜਾਬ, ਜਿੱਥੇ ਕਿ ਇੱਕ ਇਸ ਤਰ੍ਹਾਂ ਦੇ ਗ੍ਰੰਥ ਦੀ ਸਿਰਜਣਾ ਹੋਈ 239 ਸਾਲਾਂ ਦੇ ਵਿੱਚ, ਨਾਲ ਨਾਲ ਇੱਕ ਪ੍ਰੈਕਟੀਕਲ ਲਾਈਫ ਚੱਲਦੀ ਰਹੀ। ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ, ਆਪ ਪ੍ਰਮਾਤਮਾ ਨੇ ਆ ਕੇ 10 ਜਾਮਿਆਂ ਦੇ ਵਿੱਚ ਉਹ ਸਾਰਾ ਕੁਝ ਆਪਣੇ ਤੇ ਹੰਢਾ ਕੇ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਸਾਨੂੰ ਸੌਂਪਿਆ ਤੇ ਹੁਕਮ ਹੋਇਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਸਿੱਖ ਕਿਸ ਤਰ੍ਹਾਂ ਬਣਨਾ? ਸਿੱਖ ਦਾ ਕਿ ਆਲਵੇਜ਼ ਲਰਨਿੰਗ ਤੋਂ ਤੁਸੀਂ ਇਹ ਫਿਰ ਵਿਦਿਆ ਵੱਲ ਹੀ ਸੰਕੇਤ ਹੈ। ਸੋ ਜੋ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਹੈ, ਇਹਦੇ 'ਚ ਕਿਸੇ ਇੱਕ ਧਰਮ ਦੀ ਗੱਲ ਨਹੀਂ ਹੈਗੀ, ਇਹਦੇ 'ਚ ਪੂਰੇ ਇਨਸਾਨੀਅਤ ਦੀ ਗੱਲ ਹੈ। ਗੁਰੂ ਸਾਹਿਬਾਨ ਸਿਰਫ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਬਾਕੀ ਸਾਰੇ ਕੋਈ ਉੱਚ ਜਾਤੀ ਦਾ, ਕੋਈ ਨੀਵੀਂ ਜਾਤੀ ਦਾ, ਕੋਈ ਅਮੀਰ, ਕੋਈ ਗਰੀਬ, ਕੋਈ ਬ੍ਰਾਹਮਣ, ਕੋਈ ਮੁਸਲਿਮ, ਅਲੱਗ-ਅਲੱਗ, ਮਤਲਬ ਕੋਈ ਵੀ ਇਨਸਾਨੀਅਤ ਦਾ ਵਰਗ ਨਹੀਂ ਛੱਡਿਆ ਗਿਆ। ਉਹ ਜਿੰਨੇ ਵੀ ਹਮ ਖਿਆਲੀ ਨੇ ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਹੈ, ਉਹਨਾਂ ਦਾ ਇੱਕ ਸਾਂਝੀ ਸੋਚ ਦਾ ਇੱਕ ਪ੍ਰਗਟਾਵਾ ਜੋ ਇੱਕ ਗੁਰੂ ਦੇ ਵਿੱਚ ਸਾਨੂੰ ਮਿਲਿਆ, ਉਹਦੇ 'ਚ ਵਿਦਿਆ ਦਾ ਬਹੁਤ ਬੜਾ ਸੰਦੇਸ਼ ਹੈ। ਸੋ ਅੱਜ ਦਾ ਟੌਪਿਕ ਅਕਾਲ ਮੂਰਤ ਦਾ ਹੈ। ਜਿਹੜਾ ਸੱਚ ਹੈ ਉਹਦੀ ਕੋਈ ਲਿਮਿਟ ਨਹੀਂ ਹੁੰਦੀ, ਉਹਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ, ਉਹਦਾ ਕੋਈ ਅੰਤ ਨਹੀਂ ਹੁੰਦਾ। ਉਹ ਬੇਅੰਤ ਹੈ, ਉਹ ਹਮੇਸ਼ਾ ਅਟਲ ਰਹਿੰਦਾ ਹੈ, ਉਹ ਸਦੀਵੀ ਹੈ। ਸੋ ਇਹ ਸਾਰੇ ਸੱਚ ਵਾਲੇ ਗੁਣ ਪ੍ਰਮਾਤਮਾ ਦੇ ਗੁਣ ਹੀ ਹਨ। ਸੋ ਅਸੀਂ ਆਪਣੇ ਜੀਵਨ 'ਚ ਸੱਚ ਹੀ ਪੈਦਾ ਕਰਨਾ ਹੈ, ਕਿਉਂਕਿ ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਵੇ। ਇਹ ਜਿਹੜਾ ਨਾਮ ਵਾਲੇ ਪਾਸੇ ਲੱਗ ਜਾਂਦਾ ਉਹ ਤਾਂ ਫਿਰ ਹਰ ਮੈਲ ਤੋਂ ਬਚ ਜਾਂਦਾ, ਕਿਉਂਕਿ ਨਾਮ ਆਪ ਮੈਲਾ ਨਹੀਂ ਹੁੰਦਾ ਤੇ ਤੁਹਾਨੂੰ ਵੀ ਨਹੀਂ ਮੈਲੇ ਹੋਣ ਦਿੰਦਾ। ਤੇ ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਕਿਉਂਕਿ ਜਿਹੜਾ ਕਾਲ ਦੇ ਚੱਕਰ ਤੋਂ ਬਾਹਰ ਆ ਸੱਚ, ਪ੍ਰਮਾਤਮਾ ਵੀ ਇਹ ਤੋਂ ਬਾਹਰ ਹੈ। ਇਹ ਹੈ ਕਿ ਗੁਰ ਕੇ ਭਾਣੇ ਜੇ ਚੱਲੇ ਬਹੁੜ ਨਾ ਆਵਣ ਹੋਏ। ਸੋ ਇਹ ਫਿਰ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਦਾ ਹੀ ਸੰਕੇਤ ਹੈ। ਨਾਨਕ ਨਾਮ ਵਿਸਾਰੀਏ ਆਵਣ ਜਾਵਣ ਦੋਏ। ਫਿਰ ਉਹ ਸਾਈਕਲ ਦੇ ਵਿੱਚ ਜੇ ਤੁਸੀਂ ਨਾਮ ਨੂੰ ਵਿਸਾਰ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਤੇ ਨਹੀਂ ਆਪਣਾ ਟਾਈਮ ਦਿੱਤਾ, ਤੁਸੀਂ ਉਹ ਸਾਈਕਲ ਦੇ ਵਿੱਚੋਂ ਨਹੀਂ ਨਿਕਲਣਾ। ਫਿਰ ਉਹ ਬਸ ਜੀਵਨ ਮਰਨ ਦਾ ਗੇੜ ਜਿਹੜਾ ਉਹ ਨਹੀਂ ਮੁੱਕਣਾ। ਆਵਣ ਜਾਵਣ ਨਾਨਕ ਨਾਮ ਵਿਸਾਰੀਏ ਆਵਣ ਜਾਵਣ ਦੋਏ। ਸੋ ਵਿਦਿਆ ਦਾ ਸਾਡਾ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਹੈ, ਜੋ ਕਲਗੀਧਰ ਟਰੱਸਟ ਦੇ ਸਾਰੇ ਸਕੂਲਾਂ ਦੇ ਵਿੱਚ ਇਹਨੂੰ ਇੱਕ ਅਹਿਮ ਦਰਜਾ ਦਿੱਤਾ ਗਿਆ ਹੈ ਕਿ ਭਾਈ ਨਿਤਨੇਮ ਹੈ, ਸਿੱਖੀ ਸਰੂਪ ਹੈ, ਇਹ ਇੱਕ ਪਿਆਰ ਦੀ ਗੇਮ ਹੈ, ਇੱਕ ਪ੍ਰਮਾਤਮਾ ਨਾਲ ਪਿਆਰ ਹੈ, ਨਾਮ ਨਾਲ ਪਿਆਰ ਹੈ। ਇਹ ਕਿਸ ਤਰ੍ਹਾਂ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲਣਾ ਹੈ, ਇਹਦੀ ਮਹੱਤਤਾ ਬਹੁਤ ਵੱਡੀ ਦੱਸੀ ਗਈ ਹੈ। ਤੇ ਇਹ ਕਲਗੀਧਰ ਟਰੱਸਟ ਦੇ ਜਿਹੜੇ ਸਕੂਲ ਹੈ ਉਹਨਾਂ ਦੀ ਵਿਦਿਆ ਦਾ ਇੱਕ ਬਹੁਤ ਹੀ ਵੱਡਾ ਹਿੱਸਾ ਹੈ। ਸੋ ਸਾਡੀ ਸੰਸਥਾ ਅੱਗੇ ਬੇਨਤੀ ਹੈ ਕਿ ਸਾਨੂੰ ਇੱਕ ਬਹੁਤ ਵਡਮੁੱਲਾ ਖਜ਼ਾਨਾ, ਜੋ ਕਿ ਸੰਤ ਅਤਰ ਸਿੰਘ ਜੀ ਤੋਂ ਲੈ ਕੇ ਬਾਅਦ ਸੰਤ ਤੇਜਾ ਸਿੰਘ ਜੀ ਤੇ ਹੁਣ ਬਾਬਾ ਇਕਬਾਲ ਸਿੰਘ ਜੀ, ਉਹਨੇ ਆਪਣੀਆਂ 3 ਜ਼ਿੰਦਗੀਆਂ ਇਸ ਪਾਸੇ ਲਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਦਿਆ ਉਹ ਪ੍ਰੈਕਟੀਕਲੀ ਸਾਨੂੰ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਣੀ, ਉਹਦੇ ਉੱਤੇ ਬੜਾ ਸਖਤ ਪਹਿਰਾ ਦਿੱਤਾ। ਪਰ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਜੋ ਪੰਜਾਬ ਦੀ ਹੈ, ਜਿਸ ਚੀਜ਼ ਨੂੰ ਅਸੀਂ ਨੰਬਰ 1 ਪ੍ਰਾਇੋਰਟੀ ਬਣਾ ਕੇ ਆਪਣਾ ਸਿਰ ਦਾ ਤਾਜ ਬਣਾ ਕੇ ਪੂਜਣਾ ਚਾਹੀਦਾ ਸੀ, ਉਸ ਚੀਜ਼ ਨੂੰ ਅਸੀਂ ਇੰਨਾ ਨਿਗਲੈਕਟ ਕੀਤਾ ਹੈ ਕਿ ਅੱਜ ਪੰਜਾਬ ਬਿਲਕੁਲ ਕੰਗਾਲਤਾ ਹਰ ਪਾਸਿਓਂ ਕੰਗਾਲਤਾ ਦੇ ਮੰਜ਼ਰ ਤੇ ਪਹੁੰਚਿਆ ਹੋਇਆ ਹੈ। ਹੁਣ ਸਾਡੇ ਸਕੂਲ ਨੇ, ਸਕੂਲਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਅਸਿਸਟੈਂਸ ਨਾ ਕਿਸੇ ਸਿੱਖ ਆਰਗੇਨਾਈਜੇਸ਼ਨ ਤੋਂ, ਨਾ ਗਵਰਨਮੈਂਟ ਤੋਂ। ਜਿਹੜੇ ਪਰਿਵਾਰ ਤੇ ਉਸ ਵਿਦਿਆ ਦਾ ਖਰਚਾ ਦੇ ਸਕਦੇ ਨੇ, ਉਹਨਾਂ ਦੇ ਬੱਚੇ ਤੇ ਗੁਰਮੁਖ ਬਣਨਗੇ। ਸੋ ਬਾਬਾ ਜੀ ਉਹਨਾਂ ਤੋਂ ਬੜਾ ਵਧੀਆ ਸੰਕੇਤ ਹੈ ਕਿ ਉਹਨੇ ਤਾਂ ਕਹਿਤਾ ਕਿ ਭਾਈ ਅਸੀਂ ਗੁਰਮੁਖ ਪੈਦਾ ਕਰਨੇ ਨੇ, ਉਹ ਅਮੀਰ ਦਾ ਬੱਚਾ ਗੁਰਮੁਖ ਬਣ ਜਾਏ, ਗਰੀਬ ਦਾ ਬਣ ਜਾਏ, ਉਹਦੇ 'ਚ ਕੋਈ ਫਰਕ ਨਹੀਂ। ਅਸੀਂ ਹੈ ਕਿ ਬੱਚੇ ਨੂੰ ਇੱਕ ਦੁਨਿਆਵੀ ਵਿਦਿਆ ਦੇ ਨਾਲ ਨਾਲ ਅਧਿਆਤਮਕ ਵਿਦਿਆ ਦੇ ਕੇ ਉਹਨਾਂ ਨੂੰ ਅਸੀਂ ਬ੍ਰਹਮ ਗਿਆਨਤਾ ਦੇ ਵੱਲ ਜਿਹੜਾ ਮਾਰਗ ਹੈ
ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਮਾਰਗਦਰਸ਼ਨ ਕੀਤਾ, ਉਸ ਪਾਸੇ ਨੂੰ ਲੈ ਕੇ ਜਾਣਾ ਹੈ। ਜੀ ਅਸੀਂ ਇੱਕ ਬਹੁਤ ਹੀ ਵੱਡਾ ਪੁੰਨ ਖੱਟ ਸਕਦੇ ਹਾਂ ਕਿ ਜਿਹੜੇ ਬੱਚੇ ਗਰੀਬੀ ਲਾਈਨ ਤੋਂ ਥੱਲੇ ਹਨ, ਉਹ ਸਾਰੇ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਹਨ। 3 ਤੋਂ 5 ਸਾਲ ਦੀ ਉਮਰ ਦੇ ਬੱਚੇ ਹਨ ਜਿਹੜੇ ਕਿ ਸਕੂਲਾਂ ਦੇ ਵਿੱਚ ਨਹੀਂ ਜਾ ਸਕਦੇ। ਤੇ ਸੰਸਥਾ ਦੇ ਕੋਲ ਜਿੰਨੀ ਵੀ ਸਮਰੱਥਾ ਸੀ, 70,000 ਦੇ ਵਿੱਚੋਂ ਨੀਲੇ 28,000 ਬੱਚੇ ਕਿਸੇ ਨਾ ਕਿਸੇ ਕੰਸੈਸ਼ਨ ਦਾ ਫਾਇਦਾ ਉਠਾ ਰਹੇ ਨੇ। ਸੋ ਜਿੰਨਾ ਉਹਨਾਂ ਦਾ ਬਜਟ ਹੈ, ਸਮਰੱਥਾ, ਉਹ ਬਿਲਕੁਲ ਸੈਚੂਰੇਟ ਹੋ ਚੁੱਕੇ ਨੇ। ਸੋ ਸਾਡੀ ਇਹ ਪ੍ਰੋਗਰਾਮ ਦੀ ਅਪੀਲ ਇਹ ਹੋਈ ਹੈ ਕਿ ਜੇ ਸਾਡੇ ਪਰਮਾਤਮਾ ਨੇ ਇੱਕ ਐਡੀ ਬੜੀ ਆਰਗੇਨਾਈਜੇਸ਼ਨ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਅਸੀਂ ਉਹਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਈਏ। ਸੋ ਸੰਗਤਾਂ ਅੱਗੇ ਸਾਡੀ ਇਸ ਪ੍ਰੋਗਰਾਮ ਦੇ ਥਰੂ ਇਹੋ ਹੀ ਬੇਨਤੀ ਹੈ ਕਿ ਅਸੀਂ ਘੱਟੋ ਘੱਟ ਹਰ ਇੱਕ ਪਰਿਵਾਰ ਇੱਕ ਬੱਚੇ ਦੀ ਪੜ੍ਹਾਈ ਦਾ ਜ਼ਿੰਮੇਵਾਰੀ ਜ਼ਰੂਰ ਲਵੋ, ਜੋ ਕਿ 30 ਪਾਉਂਡ ਮਹੀਨੇ ਦੇ ਹਨ ਜੀ। ਇਹਦੇ ਵਿੱਚ ਕੀ ਹੋਏਗਾ, ਬੱਚਾ ਇੱਕ ਬਹੁਤ ਹੀ ਹਾਈ ਲੈਵਲ ਅਧਿਆਤਮਕ ਐਜੂਕੇਸ਼ਨ ਦੇ ਨਾਲ ਦੁਨਿਆਵੀ ਐਜੂਕੇਸ਼ਨ ਵੀ ਇਸ ਤਰ੍ਹਾਂ ਦੀ ਪ੍ਰਾਪਤ ਕਰੇਗਾ ਕਿ ਇੱਕ ਗਲੋਬਲ ਸਿਟੀਜ਼ਨ ਬਣੇਗਾ, ਇੱਕ ਸਿੱਖ ਸਰੂਪ ਗਲੋਬਲ ਸਿਟੀਜ਼ਨ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ। ਇਹਦੇ ਬਾਰੇ ਅਸੀਂ ਜਦੋਂ ਸੋਚਦੇ ਹਾਂ ਕਿ ਹਾਂ, ਸਾਡੇ ਬੜਾ ਅਸੀਂ ਗਰਵ ਨਾਲ ਅਸੀਂ ਸਿਰ ਉਠਾ ਕੇ ਕਹਿ ਸਕਦੇ ਹਾਂ ਕਿ ਹਾਂ ਭਾਈ, ਮੈਂ ਆਪਣੇ ਜੀਵਨ 'ਚ ਕੋਈ ਚੰਗਾ ਕੰਮ ਕੀਤਾ। ਸੋ ਵਿਦਿਆ ਨੂੰ ਅਸੀਂ ਇਹਨੂੰ ਬੜਾ ਸਿੰਪਲੀਫਾਈ ਕਰ ਦਈਏ। ਅੱਜ ਦਾ ਟੌਪਿਕ ਜਿਹੜਾ ਅਕਾਲ ਮੂਰਤ ਆ, ਅਕਾਲ ਮੂਰਤ ਜਿਹੜਾ ਕਾਲ ਤੋਂ ਰਹਿਤ, ਸਿੰਪਲ, ਜਿਹਦਾ ਕੋਈ ਐਂਡ ਨਹੀਂ, ਬੇਅੰਤ ਹੈ। ਸੋ ਕਾਲ ਤੋਂ ਰਹਿਤ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਉਹਦੇ 'ਚ 2 ਵੈਲਿਊ ਹੁੰਦੀ ਹੈ, ਜਾਂ ਤਾਂ ਇੱਕ ਪੋਜ਼ਿਟਿਵ ਵੈਲਿਊ ਹੈ, ਇੱਕ ਨੈਗੇਟਿਵ ਵੈਲਿਊ ਹੈ ਜੀ। ਪੋਜ਼ਿਟਿਵ ਵੈਲਿਊ ਹੈ ਉਹ, ਤੇ ਪੋਜ਼ਿਟਿਵ ਵੈਲਿਊ ਉਹਦਾ ਐਂਡ ਨਹੀਂ ਹੁੰਦਾ, ਉਹ ਸੱਚ ਆ, ਉਹ ਹਮੇਸ਼ਾ ਲਈ ਜੀਂਦਾ ਰਹਿੰਦਾ। ਜਿਹੜੀ ਨੈਗੇਟਿਵ ਵੈਲਿਊ ਆ ਉਹ ਮਿੰਟਾਂ ਸਕਿੰਟਾਂ ਦਾ, ਘੰਟਿਆਂ ਦਾ, ਦਿਨਾਂ ਦਾ ਸਵਾਦ ਹੈ, ਉਹ ਖਤਮ ਹੋ ਜਾਂਦਾ। ਉਹ ਇੱਕ ਸਵਾਰਥ ਹੈ, ਜਾਂ ਤੁਸੀਂ ਆਪਣੇ ਸੈਲਫਿਸ਼ ਨਿੱਜੀ ਫਾਇਦੇ ਵਾਸਤੇ ਕਰਦੇ ਹੋ। ਜੋ ਪੋਜ਼ਿਟਿਵ ਵੈਲਿਊ ਉਹ ਤੁਸੀਂ ਆਪਣੇ ਲਈ ਨਹੀਂ ਕਰਦੇ, ਉਹਦੇ 'ਚ ਤੁਹਾਡੀ ਸੈਟਿਸਫੈਕਸ਼ਨ ਮਿਲਦੀ ਹੈ ਕਿ ਤੁਸੀਂ ਘੱਟੋ ਘੱਟ ਜਿਸ ਸਮਾਜ ਦੇ ਵਿੱਚ ਤੁਸੀਂ ਰਹੇ ਹੋ, ਉਹ ਸਮਾਜ ਨੂੰ ਅਸੀਂ ਇਸ ਤਰ੍ਹਾਂ ਦਾ ਬਣਾ ਦਈਏ ਕਿ ਸਾਡੇ ਆਉਣ ਵਾਲੀਆਂ ਜਨਰੇਸ਼ਨਾਂ ਸਾਡਾ ਥੈਂਕ ਯੂ ਕਰਨ ਕਿ ਸਾਨੂੰ ਤੁਸੀਂ ਵਿਰਸੇ ਦੇ ਵਿੱਚ ਕਿੱਦਾਂ ਦਾ ਸਮਾਜ ਦਿੱਤਾ ਹੈ। ਪਰ ਅੱਜ ਜੋ ਅਸੀਂ ਸਮਾਜ ਦੀ ਗੱਲ ਕਰਦੇ ਹਾਂ, ਅੱਜ ਤਾਂ ਰੋਣਾ ਆਉਂਦਾ ਕਿ ਅਸੀਂ ਆਪਣੀ ਔਲਾਦ, ਬੱਚਿਆਂ ਨੂੰ ਕਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਛੱਡ ਕੇ ਜਾ ਰਹੇ ਹਾਂ, ਜਿੱਥੇ ਇਨਸਾਨੀਅਤ ਦੀ ਕਦਰ ਕੋਈ ਨਹੀਂ, ਜਿੱਥੇ ਜ਼ੁਲਮ ਦਾ ਅੰਤ ਹੀ ਕੋਈ ਨਹੀਂ, ਇੰਨਾ ਜ਼ੁਲਮ ਹੋ ਰਿਹਾ, ਸਰਕਾਰਾਂ ਕੋਲ ਇੰਨੀਆਂ ਬੋਲੀਆਂ ਹੋਈਆਂ ਨੇ। ਸੋ ਇਹ ਜਿਹੜੀ ਸਿਰਜਣਾ ਹੈ ਸਮਾਜ ਦੇ ਵਾਸਤੇ ਕੰਮ ਕਰਨਾ, ਸਮਾਜ ਦੀ ਇਹ ਹੈਗੀ ਹੈ, ਇੱਕ ਪ੍ਰਮਾਤਮਾ ਦਾ ਗੁਣ ਹੈ। ਕਿਉਂਕਿ ਪ੍ਰਮਾਤਮਾ ਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਆਪਣਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੇ ਪੁੱਤਰਾਂ ਦਾ ਦਰਜਾ ਦੇ ਕੇ ਕਹਿਤਾ ਕਿ ਤੁਸੀਂ ਤੇ ਮੇਰੇ ਪੁੱਤਰਾਂ 'ਚ ਫਰਕ ਕੋਈ ਨਹੀਂ, ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨਵੋ। ਹੁਣ ਇਹਨਾਂ ਵੈਲਿਊ ਨੂੰ ਅਸੀਂ ਕਿੰਨਾ ਕੁ ਪ੍ਰੈਕਟੀਕਲੀ, ਅਸੀਂ ਤੇ ਆਪਣੇ ਆਪ, ਆਪਣਾ ਘਰ, ਆਪਣੇ ਪਰਿਵਾਰ, ਉਹਦੇ 'ਚੋਂ ਬਾਹਰ ਨਿਕਲ ਹੀ ਨਹੀਂ ਰਹੇ, ਜਦ ਕਿ ਸਾਡੇ 3 ਤੋਂ 5 ਸਾਲ ਦੇ 1 ਨਹੀਂ 2 ਨਹੀਂ ਲੱਖਾਂ ਬੱਚੇ ਵੇਟ ਕਰ ਰਹੇ ਨੇ ਸਕੂਲਾਂ ਦੇ ਵਿੱਚ ਜਾਣ ਲਈ। ਸੋ ਇੱਥੇ ਪਤਾ ਹੀ ਹੈ ਸੰਗਤਾਂ ਨੂੰ ਕਿ ਤੁਸੀਂ ਇੰਗਲੈਂਡ 'ਚ ਵੀ ਦੇਖ ਲਓ ਕਿ ਬੱਚਾ ਇੱਕ ਦਿਨ ਸਕੂਲੋਂ ਐਬਸੈਂਟ ਹੋ ਜਾਏ ਤੇ ਕਿੰਨੇ ਹੁਣ ਨਹੀਂ ਫਾਈਨ ਵੀ ਕਰਤਾ, 100, 150, 50 ਪਾਉਂਡ ਫਾਈਨ ਲਾਉਂਦੇ ਨੇ। ਤੇ ਜਿਹੜਾ ਬੱਚਾ 1 ਸਾਲ 3 ਤੋਂ 5 ਸਾਲ ਦੀ ਉਮਰ ਦਾ ਬੱਚਾ 1 ਸਾਲ ਸਕੂਲ ਮਿਸ ਕਰ ਦਿੱਤਾ, ਉਹਦੀ ਜ਼ਿੰਦਗੀ ਅਸੀਂ ਬਰਬਾਦ ਕਰ ਦਿੱਤੀ। ਸੋ ਉਹ ਸਾਡਾ ਡਾਇਰੈਕਟਲੀ ਅਸੀਂ ਉਹਦੇ ਲਈ ਰਿਸਪੌਂਸੀਬਲ ਹੈ ਜਾਂ ਨਹੀਂ। ਸਮਾਜ ਦੇ ਵਿੱਚ ਜਿੰਨੀਆਂ ਕੁਰੈਤਾਂ ਨੇ, ਜਿੰਨੀਆਂ ਬੁਰਾਈਆਂ ਨੇ, ਉਹਦਾ ਕੁਛ ਨਾ ਕੁਛ ਹਿੱਸਾ, ਜ਼ਿੰਮੇਵਾਰੀ ਹਰ ਇੱਕ ਇਨਸਾਨ ਤੇ ਜ਼ਰੂਰ ਪੈਂਦੀ ਹੈ। ਜੇ ਸਾਡੇ ਸਾਹਮਣੇ ਹੋ ਰਹੀ ਹੈ ਤੇ ਉਹਦੀ ਜ਼ਿਆਦਾ ਜ਼ਿੰਮੇਵਾਰੀ ਸਾਡੇ ਤੇ ਹੈ। ਜੇ ਸਾਨੂੰ ਨਹੀਂ ਪਤਾ, ਅਗਿਆਨਤਾ ਦੇ ਵਿੱਚ ਹੋ ਰਹੀ ਹੈ, ਫਿਰ ਵੀ ਉਹਦਾ ਕਿਤੇ ਨਾ ਕਿਤੇ ਜਾ ਕੇ ਅਸਰ ਸਾਡੇ ਤੇ ਜ਼ਰੂਰ ਪੈਣਾ। ਸੋ ਅਸੀਂ ਇਸ ਚੀਜ਼ ਨੂੰ ਬਿਲਕੁਲ ਆਪਣੇ ਜਹਿਨ ਦੇ ਵਿੱਚ ਪੱਕਾ ਕਰ ਲਈਏ ਕਿ ਇੱਕ ਜਿਹੜੀ ਸਿੱਖ ਦੀ ਸੋਚ ਹੈ ਉਹ ਆਪਣੇ ਤੱਕ ਸੀਮਿਤ ਨਹੀਂ, ਆਪਣੇ ਘਰ ਪਰਿਵਾਰ ਤੱਕ ਸੀਮਿਤ ਨਹੀਂ, ਆਪਣੇ ਦੇਸ਼ ਤੱਕ ਸੀਮਿਤ ਨਹੀਂ, ਆਪਣੀ ਕੌਮ ਤੱਕ ਸੀਮਿਤ ਨਹੀਂ। ਉਹ ਪੂਰੀ ਇੱਕ ਦੁਨੀਆ ਨੂੰ ਇੱਕ ਮਾਡਲ, ਜੋ ਕਿ ਇੱਕ ਪ੍ਰਮਾਤਮਾ ਦੀ ਦੇਣ ਹੈ, ਜੋ ਕੁਦਰਤੀ ਦੇਣ ਹੈ, ਇਹਨੂੰ ਇੱਕ ਸਵਰਗ ਬਣਾਉਣ ਦੀ ਸੋਚ ਹੈ ਕਿ ਅਸੀਂ ਇੱਕ ਆਊਟਸਾਈਡ ਦਾ ਬਾਕਸ ਸੋਚਣ ਦੀ ਸੋਚ ਹੈ, ਇੱਕ ਗਲੋਬਲ ਸਿਟੀਜ਼ਨ ਪੈਦਾ ਕਰਨ ਦੀ ਸੋਚ ਹੈ, ਸਰਬੱਤ ਦੇ ਭਲੇ ਦੀ ਸੋਚ ਹੈ। ਸੋ ਸਾਨੂੰ ਬਿਲਕੁਲ ਇਸ ਚੀਜ਼ ਤੋਂ ਬਿਲਕੁਲ ਸੰਕੋਚ ਜਾਂ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਜੇ ਇੱਕ ਸਿੱਖ ਦੂਸਰੇ ਸਿੱਖ ਦੀ ਹੈਲਪ ਕਰਦਾ ਹੈ, ਇਹਦਾ ਮਤਲਬ ਹੈ ਕਿ ਅਸੀਂ ਸਰਬੱਤ ਦੇ ਭਲੇ ਦੀ ਸੋਚ ਨੂੰ ਤਕੜਾ ਕਰ ਰਹੇ ਹਾਂ। ਪਰ ਅਸੀਂ ਦੂਸਰੇ ਦੀਆਂ ਲੱਤਾਂ ਬਹੁਤ ਖਿੱਚਦੇ ਹਾਂ। ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਬਰਬਾਦੀ ਦਾ ਕਾਰਨ ਹੀ ਇਹੋ ਹੈ ਕਿ ਅਸੀਂ ਇਹ ਜਿਹੜੀ ਸੈਲਫਿਸ਼ ਮਾਇਆਧਾਰੀ ਸੋਚ ਦੇ ਵਿੱਚੋਂ ਬਾਹਰ ਨਹੀਂ ਆ ਸਕੇ ਤੇ ਢਿੱਡ ਨੇ ਉਹ ਭਰਦੇ ਹੀ ਨਹੀਂ। ਮੈਂ ਤਾਂ ਹੈਰਾਨ ਆ ਕਿ ਸਭ ਕੁਝ ਪੰਜਾਬ ਦਾ ਖਾ ਕੇ ਵੀ ਹਾਲੇ ਤੱਕ ਵੀ ਨਹੀਂ ਰੱਜੇ ਕਿ ਹੁਣੇ ਚਲੋ ਕੁਝ ਠੀਕ ਕਰ ਲਈਏ। ਸੋ ਇਹਦੀ ਜ਼ਿੰਮੇਵਾਰੀ ਡਾਇਰੈਕਟਲੀ ਸੰਗਤ ਦੇ ਉੱਤੇ ਆ ਜਾਂਦੀ ਹੈ
ਮੀਡੀਆ ਬਹੁਤ ਵੱਡੀ ਤਾਕਤ ਹੈ। ਸੰਗਤ ਟਰੱਸਟ ਦਾ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦਾ ਮੀਡੀਆ ਦਿੱਤਾ, ਜਿੱਥੇ ਕਿ ਸਾਡੇ ਵਰਗਾ ਇੱਕ ਕਾਮਨ ਸੜਕ ਤੋਂ ਉੱਠ ਕੇ ਇਨਸਾਨ ਵੀ ਪੂਰੇ ਪੰਥ ਦੇ ਨਾਲ ਆਪਣੇ ਦਰਦ ਸਾਂਝਾ ਕਰ ਸਕਦਾ। ਅਸੀਂ ਤਾਂ ਆਪਣਾ ਦਰਦ ਹੀ ਸਾਂਝਾ ਕਰ ਰਹੇ ਹਾਂ ਕਿ ਸਾਡੇ ਕੋਲ ਪਰਮਾਤਮਾ ਨੇ ਐਡੀ ਵੱਡੀ ਆਰਗੇਨਾਈਜੇਸ਼ਨ ਦਿੱਤੀ, 130 ਸਕੂਲ ਹੈ, ਬੱਚਿਆਂ ਨੂੰ ਅਸੀਂ ਐਡਮਿਟ ਕਰ ਸਕਦੇ ਹਾਂ, ਪਰ ਉਹਨਾਂ ਦਾ ਜਿਹੜਾ ਖਰਚਾ ਹੈ ਉਹ ਆਰਗੇਨਾਈਜੇਸ਼ਨ ਇਸ ਵੇਲੇ ਨਹੀਂ ਜਿੰਨਾ ਕਰ ਸਕਦੀ ਕਰ ਚੁੱਕੇ ਨੇ। ਪਰ ਗਿਣਤੀ ਬਹੁਤ ਹੈ ਤੇ ਅਸੀਂ ਇੱਕ ਬੱਚਾ ਜ਼ਰੂਰ ਸਪਾਂਸਰ ਕਰੀਏ। ਇਹ ਜਿਹੜਾ ਰੀਬੂਟ ਪੰਜਾਬ ਦਾ ਸਾਡਾ ਮਕਸਦ ਹੀ ਇਹੋ ਹੈ ਕਿ ਅਸੀਂ ਇਸ ਮੁਕਾਮ ਤੇ ਪਹੁੰਚ ਜਾਈਏ ਕਿ ਅਸੀਂ ਇੱਥੋਂ ਅਨਾਉਂਸ ਕਰ ਸਕੀਏ ਇਸ ਪਲੇਟਫਾਰਮ ਤੇ ਕਿ ਅੱਜ ਕੋਈ ਵੀ ਪੰਜਾਬ ਦਾ ਬੱਚਾ ਸਕੂਲ ਤੋਂ ਬਾਹਰ ਨਹੀਂ। ਸੋ ਅਸੀਂ ਇੱਕ ਇਹੋ ਸਿੱਖੀ ਦੇ ਨਾਲ, ਆਪਣੇ ਗੁਰੂਆਂ ਦੇ ਨਾਲ, ਆਪਣੀ ਜ਼ਿੰਮੇਵਾਰੀ ਦੇ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਾਂ ਜੇ ਅਸੀਂ ਉਹਨਾਂ ਬੱਚਿਆਂ ਦੀ ਸਾਰ ਨਹੀਂ ਲੈਂਦੇ। ਸੋ ਸੰਗਤਾਂ ਅੱਗੇ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਪੰਜਾਬ ਤੇ ਪੂਰਾ ਸੰਸਾਰ ਹੀ ਕਿੰਨੀਆਂ ਕੁਰੂਪੀਆਂ ਦੇ ਵਿੱਚੋਂ ਨਿਕਲ ਰਿਹਾ ਇਸ ਵੇਲੇ। ਹੁਣ ਕੋਵਿਡ ਦਾ ਥੋੜਾ ਜੋ ਅਸਰ ਸੀ ਉੱਤੇ ਬਹੁਤ ਸੰਸਥਾ ਨੂੰ ਘਾਟਾ ਹੋਇਆ, ਨੀਲੀ 36 ਕਰੋੜ ਦਾ ਘਾਟਾ ਹੋਇਆ, ਜਿਹੜੀਆਂ ਫੀਸਾਂ ਨਹੀਂ ਮਿਲ ਸਕੀਆਂ। ਵੱਧ ਚੜ ਕੇ ਜੇ ਅਸੀਂ ਬੱਚਾ ਨਹੀਂ ਸਪਾਂਸਰ ਕਰ ਸਕਦੇ ਤੇ ਵਨ ਆਫ ਡੋਨੇਸ਼ਨ ਅਸੀਂ ਕਰ ਦਈਏ ਕਿ ਭਾਈ ਇਹ ਜਿਹੜੀ ਸੰਸਥਾ ਹੈ ਚੜ੍ਹਦੀ ਕਲਾ ਦੇ ਵਿੱਚ ਇਹ ਕਰੋਨਾ ਦੀ ਨਿਕਲ ਕੇ ਫਿਰ ਇਸੇ ਤਰ੍ਹਾਂ ਉੱਭਰ ਕੇ ਜਿਹੜਾ 500 ਸਕੂਲਾਂ ਦਾ ਟੀਚਾ ਹੈ ਸਾਡਾ ਅਸੀਂ ਉਹ ਪੂਰਾ ਕਰ ਸਕੀਏ। ਉਸ ਤੋਂ ਬਾਅਦ ਅਸੀਂ ਵਨ ਆਫ ਡੋਨੇਸ਼ਨ ਕਰੀਏ, ਬੱਚਾ ਤੇ ਇੱਕ ਜ਼ਰੂਰ ਹੀ ਸਪਾਂਸਰ ਕਰੀਏ ਨਾ ਜੀ। ਬੇਨਤੀ ਸੰਗਤਾਂ ਅੱਗੇ ਹੱਥ ਜੋੜ ਕੇ। ਜੀ ਬਿਲਕੁਲ ਜੀ ਅਟਾਲ ਸਾਹਿਬ, ਬਹੁਤ ਕਹਿ ਲਓ ਵੀ ਬਹੁਤ ਜ਼ਿਆਦਾ ਇਸ਼ੂ ਤੁਸੀਂ ਇਹਦੇ ਵਿੱਚ ਸ਼ੋਏ ਹੈਗੇ ਆ। ਸੋ ਅਸੀਂ ਮਹਿਸੂਸ ਕਰਦੇ ਹਾਂ ਜੀ, ਤੁਹਾਡੇ ਦਰਦ ਵੀ ਮਹਿਸੂਸ ਕਰਦੇ ਹਾਂ ਤੇ ਨਾਲ ਦੀ ਨਾਲ ਤੁਹਾਡੇ ਜੋ ਕੋਈ ਇਮੋਸ਼ਨਲ ਟੱਚ ਹੈ ਨਾਲ ਪੰਜਾਬ ਦੇ, ਉਹ ਵੀ ਅਸੀਂ ਮਹਿਸੂਸ ਕਰਦੇ ਹਾਂ। ਆਰਗੇਨਾਈਜੇਸ਼ਨ ਦੇ ਪੱਖ ਤੋਂ ਜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਸਾਰਾ ਮਹਿਸੂਸ ਕਰਦੇ ਹਾਂ। ਮੈਂ ਇਹ ਸੋਚਦਾ ਕਿ ਜਿਸ ਤਰ੍ਹਾਂ ਤੁਸੀਂ ਦਿਲੋਂ ਗੱਲਾਂ ਕੀਤੀਆਂ ਹੈਗੀਆਂ ਇਹ ਸੰਗਤਾਂ ਦੇ ਦਿਲ ਤੱਕ ਜਾਣਗੀਆਂ। ਹੁਣ ਮੈਂ ਗਿਆਨੀ ਜੀ ਤੁਹਾਡੇ ਵੱਲ ਆਉਣਾ ਚਾਹਾਂਗਾ। ਅੰਤ ਦੇ ਵਿੱਚ ਇਸ ਐਪੀਸੋਡ ਦੇ ਤੁਸੀਂ ਚੰਦ ਮਿੰਟਾਂ ਦੇ ਵਿੱਚ ਆਖਰੀ ਮੈਸੇਜ ਕੀ ਦੇਣਾ ਚਾਹੋਗੇ? ਦੇਖੋ, ਜਿਵੇਂ ਅਟਵਾਲ ਜੀ ਨੇ ਬਹੁਤ ਹੀ ਪੋਜ਼ਿਟਿਵ ਗੱਲਾਂ ਕੀਤੀਆਂ ਨੇ, ਜੇ ਤਾਂ ਅਸੀਂ ਗੱਲਾਂ ਤੱਕ ਹੀ ਸੀਮਿਤ ਰਹਿ ਗਏ ਤਾਂ ਕੀਤਾ ਕੁਛ ਨਹੀਂ ਤੇ ਫਿਰ ਇਹਨਾਂ ਗੱਲਾਂ ਦਾ ਕੋਈ ਭਾਵ ਨਹੀਂ ਰਹਿ ਜਾਂਦਾ। ਇਸ ਕਰਕੇ ਜਿਵੇਂ ਅਸੀਂ ਸਰਕਲ ਦੇ ਵਿੱਚ ਤੁਰੇ ਹੋਏ ਹਾਂ, ਬਸ ਅੰਨ੍ਹੇਵਾਹ ਅਸੀਂ ਤੁਰੇ ਜਾ ਰਹੇ, ਬੁਰਾਈਆਂ ਦੇ ਵਿੱਚ ਪੈ ਗਏ, ਜਦ ਕਿ ਇਸ ਸਰਕਲ ਦੇ ਵਿੱਚੋਂ ਨਿਕਲਣਾ ਹੈ, ਚੰਗਿਆਈਆਂ ਵੱਲ ਅਸੀਂ ਜਾਣਾ ਹੈ। ਚੰਗੇ ਕਰਮ ਅਸੀਂ ਕਿਵੇਂ ਕਰ ਸਕਦੇ ਹਾਂ, ਕਿਉਂਕਿ ਸਰਕਲ ਤੇ ਬਹੁਤ ਵੱਡਾ ਹੈ, ਸਾਡੇ ਜੀਵਨ ਦਾ ਸਰਕਲ ਬਹੁਤ ਵੱਡਾ ਹੈ। ਗੁਰਬਾਣੀ ਨੇ ਸਮਝਾ ਦਿੱਤਾ ਕਿ ਜੈਸੇ ਹਰ ਹਟ ਕੀ ਮਾਲਾ ਟਿੰਡ ਲੱਗਦਾ ਹੈ। ਹਰ ਹਟ ਕਹਿੰਦੇ ਨੇ ਖੂਹ ਨੂੰ, ਉਹ ਟਿੰਡਾਂ ਵਾਲਾ ਖੂਹ, ਉਹ ਟਿੰਡਾਂ ਖਾਲੀ ਹੋ ਕੇ ਜਾਂਦੀਆਂ ਨੇ, ਭਰ ਕੇ ਫਿਰ ਆ ਜਾਂਦੀਆਂ ਨੇ, ਭਰੀਆਂ ਖਾਲੀ ਹੁੰਦੀਆਂ ਨੇ। ਇਹ ਸਰਕਲ ਚਲੀ ਜਾ ਰਿਹਾ ਹੈ। ਜੈਸੇ ਹਰ ਹਟ ਕੀ ਮਾਲਾ ਟਿੰਡ ਲੱਗਦਾ ਹੈ, ਇੱਕ ਸਖਣੀ ਇੱਕ ਫਿਰ ਹੋਰ ਭਰੀਤ ਹੈ। ਤੇ ਇਸ ਕਰਕੇ ਅਸੀਂ ਵਿਕਾਰਾਂ ਦੇ ਨਾਲ ਆਪਣੇ ਜੀਵਨ ਨੂੰ ਖਾਲੀ ਕਰ ਚੁੱਕੇ ਹਾਂ। ਇਸ ਨੂੰ ਚੰਗਿਆਈਆਂ ਦੇ ਨਾਲ ਭਰਨਾ ਹੈ, ਆਪ ਵੀ ਭਰਨਾ ਹੈ ਤੇ ਦੂਸਰਿਆਂ ਨੂੰ ਵੀ ਭਰਨਾ ਹੈ। ਤੇ ਉਹ ਕਿਵੇਂ ਭਰ ਸਕਦੇ ਆ? ਨਿਊ ਜਨਰੇਸ਼ਨ ਦੀ ਆਪਾਂ ਇਹ ਵਿਦਿਅਕ ਅਦਾਰੇ ਜਿਵੇਂ ਚੱਲ ਰਹੇ ਨੇ ਉਹਨਾਂ ਵਾਸਤੇ ਜ਼ਰੂਰ ਆਪਾਂ ਸੋਚੀਏ, ਜ਼ਰੂਰ ਕੁਝ ਨਾ ਕੁਝ ਸੇਵਾ ਕਰੀਏ ਤਾਂ ਕਿ ਸਾਡੀ ਸੇਵਾ ਦੇ ਨਾਲ ਇੱਕ ਬੱਚੇ ਦਾ ਵੀ ਜੀਵਨ ਸਵਰ ਜਾਂਦਾ ਹੈ ਤੇ ਸਮਝ ਲੈਣਾ ਸਾਡਾ ਜੀਵਨ ਸਫਲਾ ਹੋ ਗਿਆ। ਬਿਲਕੁਲ ਜੀ ਗਿਆਨੀ ਜੀ, ਬਹੁਤ ਖੂਬ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਐਪੀਸੋਡ ਤੇ ਮੈਂ ਨਾਲ ਹੀ ਧੰਨਵਾਦ ਕਰਦਾ ਹਾਂ ਦੋਨਾਂ ਹੀ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਲਵਲੇ ਸ਼ੇਅਰ ਕੀਤੇ, ਆਪਣੀ ਨੌਲੇਜ ਸ਼ੇਅਰ ਕੀਤੀ, ਪੋਜ਼ਿਟਿਵ ਵੇ ਸ਼ੇਅਰ ਕੀਤਾ। ਇੱਕ ਤੁਹਾਡੇ ਨਾਲ ਉਹ ਚੀਜ਼ ਵੀ ਸ਼ੇਅਰ ਕੀਤੀ ਕਿ ਬਹੁਤ ਵਾਰ ਲੋਕ ਇਹ ਹੁੰਦੇ ਆ ਕਿ ਉਹਨਾਂ ਕੋਲ ਇੱਛਾ ਹੁੰਦੀ ਹੈ ਕਿਤੇ ਨਾ ਕਿਤੇ ਚੰਗਾ ਸਪੈਂਡ ਕਰਨ ਦੀ ਕਿ ਅਸੀਂ ਸੇਵਾ ਕਰੀਏ, ਉਹਨਾਂ ਦੇ ਅੰਦਰ ਭਾਵਨਾ ਹੁੰਦੀ ਆ ਪਰ ਰਸਤਾ ਨਹੀਂ ਲੱਭਦਾ ਉਹਨਾਂ ਨੂੰ ਕਿ ਅਸੀਂ ਸਹੀ ਜਗ੍ਹਾ ਕਿੱਥੇ ਲਾਈਏ ਜਿੱਥੇ ਦਿੱਤੇ ਹੋਏ ਦਾਨ ਦੀ ਸੇਵਾ ਦੀ ਜੋ ਹੈ ਉਹਨਾਂ ਨੂੰ ਵੀ ਕੋਈ ਨਾ ਕੋਈ ਰਿਪੋਰਟ ਆਵੇ ਕਿ ਹਾਂਜੀ ਤੁਹਾਡਾ ਦਿੱਤਾ ਹੋਇਆ ਇੱਕ ਪੈਸਾ ਜੋ ਹੈ ਕਿੱਥੇ ਲੱਗਿਆ ਹੈਗਾ ਆ, ਹਨਾ। ਤੇ ਉਹਨਾਂ ਨੂੰ ਆਊਟਪੁੱਟ ਦਿਖੇ ਤੇ ਉਹਨਾਂ ਨੂੰ ਇਹ ਚੇਂਜ ਦਿਖੇ ਕਿ ਅਸੀਂ ਜੋ ਡੋਨੇਟ ਕੀਤਾ ਉਹਦੇ ਨਾਲ ਸਮਾਜ ਦੇ ਵਿੱਚ ਚੇਂਜ ਕੀ ਆਈ ਹੈ ਜਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਈ ਹੈ। ਸੋ ਦੋਸਤੋ, ਇਹ ਉਹੀ ਮਾਰਗ ਹੈ। ਜੇ ਤੁਸੀਂ ਕਿਸੇ ਬੱਚੇ ਦੀ ਜੋ ਸਪਾਂਸਰਸ਼ਿਪ ਕਰਦੇ ਹੋ, ਤੁਹਾਨੂੰ ਰਿਪੋਰਟ ਆਉਂਦੀ ਹੈਗੀ ਹੈ, ਪੀਰੀਓਡਿਕ ਰਿਪੋਰਟ ਆਉਂਦੀ ਹੈ, ਚਾਹੇ ਉਹ ਕੁਆਟਰਲੀ ਹੋਵੇ, 6 ਮੰਥਲੀ ਹੋਵੇ। ਸੋ ਤੁਹਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਬੱਚੇ ਦੀ ਜ਼ਿੰਦਗੀ ਤੁਸੀਂ ਜੋ ਹੈ ਬਣਾ ਰਹੇ ਹੋ। ਸੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਨਾਲ ਕਲਗੀਧਰ ਟਰੱਸਟ ਨੂੰ ਸਪੋਰਟ ਕਰਨਾ ਚਾਹੋ, ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ ਤੇ ਵੈਬਸਾਈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪਣੀ ਫੀਡਬੈਕ ਦੇਣਾ ਨਾ ਭੁੱਲਣਾ। ਸੋ ਅੱਜ ਦੇ ਐਪੀਸੋਡ 'ਚ ਬਸ ਇੰਨਾ ਹੀ। ਹੁਣ ਦਿਓ ਜੀ ਸਾਨੂੰ ਸਾਰਿਆਂ ਨੂੰ ਹੀ ਇਜਾਜ਼ਤ। ਸੋ ਅਗਲੇ ਐਪੀਸੋਡ 'ਚ ਫਿਰ ਤੋਂ ਮੁਲਾਕਾਤ ਹੋਏਗੀ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।